हाँ जी स्टूडेंट सत श्री अकाल सारिਆਂ ਨੂੰ ਵੈਲਕਮ ਆ ਅੱਜ ਦੀ ਕਲਾਸ ਦੇ ਵਿੱਚ ਸਾਰਿਆਂ ਦਾ। ਤੇ ਅੱਜ ਆਪਣੀ ਹਿਸਟਰੀ ਦੀ ਕਲਾਸ ਹੈ। ਇਸ ਤੋਂ ਪਹਿਲਾਂ ਆਪਾਂ ਦੋ ਕਲਾਸਿਸ ਹਿਸਟਰੀ ਦੀਆਂ ਜਿਹੜੀਆਂ ਲਗਾ ਚੁੱਕੇ ਆ। ਤੇ ਆਪਾਂ ਪਹਿਲਾਂ ਤਾਂ ਆਪਾਂ ਆਪਣੀ ਪਹਿਲੀ ਕਲਾਸ ਸੀ ਉਹਦੇ ਵਿੱਚ ਆਪਾਂ ਗ੍ਰੇਗੋਰੀਅਨ ਕੈਲੰਡਰ ਬਾਰੇ ਪੜ੍ਹਿਆ ਸੀ, ਜਿਹੜਾ ਕਿ ਤੁਹਾਡੇ ਲਈ ਬਹੁਤ ਹੀ ਇੰਪੋਰਟੈਂਟ ਆ, ਜਿਹਨੂੰ ਆਪਾਂ ਸਮਝਿਆ ਵੀ BC ਦੀ ਫੁੱਲ ਫਾਰਮ ਕੀ ਆ, AD ਦੀ ਫੁੱਲ ਫਾਰਮ ਕੀ ਆ, ਜੇ BC ਟਾਈਮ ਪੁੱਠਾ ਚੱਲਦਾ ਤੇ ਕਿਉਂ ਚੱਲਦਾ, ਐਵਰੀਥਿੰਗ ਉਹ ਤੁਸੀਂ ਜਾ ਕੇ ਦੇਖ ਲੈਣਾ ਪਹਿਲੇ ਨੰਬਰ ਦੀ ਕਲਾਸ। ਉਸ ਤੋਂ ਬਾਅਦ ਜਿਹੜੀ ਆਪਾਂ ਦੂਜੀ ਕਲਾਸ ਕੀਤੀ ਸੀ, ਦੂਜੀ ਕਲਾਸ ਦੇ ਵਿੱਚ ਆਪਾਂ ਹਿਸਟਰੀ ਨੂੰ 3 ਕਾਲਾਂ ਦੇ ਵਿੱਚ ਵੰਡਿਆ ਸੀਗਾ, ਜਿਹਦੇ ਵਿੱਚ ਆਪਾਂ ਪਹਿਲਾਂ ਪ੍ਰੀ ਹਿਸਟੋਰਿਕ ਪੀਰੀਅਡ ਦੀ ਗੱਲ ਕਰਦੇ। ਜੇ ਆਪਾਂ ਪ੍ਰੀ ਹਿਸਟੋਰਿਕ ਦੀ ਗੱਲ ਕਰਦੇ ਆ, ਪ੍ਰੀ ਹਿਸਟੋਰਿਕ ਪੀਰੀਅਡ ਰਾਜੇ ਉਹ ਵਾਲਾ ਪੀਰੀਅਡ ਹੁੰਦਾ ਵਾ ਜਿਹਦੇ ਵਿੱਚ ਸਾਨੂੰ ਭਾਸ਼ਾ ਨਹੀਂ ਮਿਲਦੀ, ਜਾਂ ਪ੍ਰੀ ਹਿਸਟੋਰਿਕ ਪੀਰੀਅਡ ਦੇ ਵਿੱਚ ਆਪਾਂ ਉਸ ਕਨਸੈਪਟ ਨੂੰ ਰੱਖ ਸਕਦੇ ਆ ਜਿੱਥੇ ਕੋਈ ਵੀ ਭਾਸ਼ਾ ਨਹੀਂ ਹੈਗੀ। ਇਸ ਕਰਕੇ ਜਦੋਂ ਅਸੀਂ ਸਟੋਨ ਏਜ ਦੀ ਗੱਲ ਕਰਦੇ ਆ ਤਾਂ ਸਟੋਨ ਏਜ ਦੀ ਸਾਨੂੰ ਕੋਈ ਵੀ ਭਾਸ਼ਾ ਨਹੀਂ ਮਿਲਦੀ, ਠੀਕ ਆ। ਇਸ ਕਰਕੇ ਸਟੋਨ ਏਜ ਨੂੰ ਕਿਹੜੇ ਵਿੱਚ ਰੱਖਦੇ ਆ ਆਪਾਂ, ਪ੍ਰੀ ਹਿਸਟੋਰਿਕ ਪੀਰੀਅਡ ਦੇ ਵਿੱਚ ਰੱਖਦੇ ਆ। ਉਸ ਤੋਂ ਬਾਅਦ ਸਾਡਾ ਸੈਕੰਡ ਨੰਬਰ ਤੇ ਆਉਂਦਾ ਸੀਗਾ ਪ੍ਰੋਟੋ ਹਿਸਟੋਰਿਕ ਪੀਰੀਅਡ। ਪ੍ਰੋਟੋ ਹਿਸਟੋਰਿਕ ਪੀਰੀਅਡ ਦੇ ਵਿੱਚ ਕੀ ਆ, ਪ੍ਰੋਟੋ ਹਿਸਟੋਰਿਕ ਪੀਰੀਅਡ ਦੇ ਵਿੱਚ ਆਪਾਂ ਉਸ ਚੀਜ਼ ਨੂੰ ਰੱਖਦੇ ਆ ਜਿੱਥੇ ਭਾਸ਼ਾ ਤਾਂ ਮਿਲਦੀ ਆ ਪਰ ਉਹਨੂੰ ਆਪਾਂ ਪੜ੍ਹ ਨਹੀਂ ਸਕਦੇ, ਠੀਕ ਆ। ਆਪਾਂ ਪ੍ਰੋਟੋ ਹਿਸਟੋਰਿਕ ਪੀਰੀਅਡ ਦੇ ਵਿੱਚ ਉਹਨੂੰ ਰੱਖਦੇ ਆ। ਜੇ ਆਪਾਂ ਸਿੰਧੂ ਘਾਟੀ ਸੱਭਿਅਤਾ ਦੇ ਇੰਡਸ ਵੈਲੀ ਸਿਵਲਾਈਜੇਸ਼ਨ ਦੀ ਗੱਲ ਕਰੀਏ ਤਾਂ ਇਹਦੀ ਸਾਨੂੰ ਭਾਸ਼ਾ ਮਿਲੀ ਕਿਉਂਕਿ ਜਦੋਂ ਇਤਿਹਾਸਕਾਰਾਂ ਨੇ ਖੋਜ ਕੀਤੀਆਂ, ਠੀਕ ਹੈ, ਉਹਨਾਂ ਨੇ ਜਿਵੇਂ ਅਲੈਗਜ਼ੈਂਡਰ ਕਨਿੰਗਮ ਹੋ ਗਿਆ, ਆਪਾਂ ਗੱਲ ਕਰਾਂਗੇ ਉਹਦੇ ਬਾਰੇ, ਆਪਾਂ ਪੜ੍ਹਨ ਜਾ ਰਹੇ ਹਾਂ, ਠੀਕ ਆ। ਤੇ ਇਹਨਾਂ ਨੂੰ ਕੀ ਹੋਇਆ ਵੀ ਜਿਵੇਂ ਉਹਨਾਂ ਦੀਆਂ ਮੋਹਰਾਂ ਮਿਲੀਆਂ, ਬਰਤਨ ਮਿਲੇ, ਉਹਨਾਂ ਨੇ ਬਰਤਨਾਂ ਤੇ ਲਿਖੇ ਹੋਏ ਕੁਝ ਚਿੰਨ੍ਹ ਮਿਲੇ, ਮੋਹਰਾਂ ਮਿਲੀਆਂ, ਜਾਂ ਕਈ ਤਰ੍ਹਾਂ ਦੇ ਉਹਨਾਂ ਦੀ ਇੱਦਾਂ ਦੀਆਂ ਚਿੱਤਰਕਲਾ ਦੀਆਂ ਕੁਛ ਮੂਰਤੀਆਂ ਵਗੈਰਾ ਕੁਛ ਇੱਦਾਂ ਦਾ ਕਾਫੀ ਚੀਜ਼ਾਂ ਮਿਲੀਆਂ, ਆਪਾਂ ਪੜ੍ਹਾਂਗੇ ਸਾਰੀਆਂ ਵੀ। ਉਹਨਾਂ ਦੇ ਵਿੱਚ ਜਿਹੜੇ ਚਿੰਨ੍ਹ ਜਾਂ ਜੋ ਵੀ ਉਹਨਾਂ ਨੇ ਲਿਖਿਆ ਹੋਇਆ ਵਾ ਉਹ ਆਪਾਂ ਨੂੰ ਪੜ੍ਹਨ ਦੇ ਵਿੱਚ ਸਮਝ ਨਹੀਂ ਆ ਰਿਹਾ ਵੀ ਕੀ ਉਹਨਾਂ ਨੇ ਲਿਖਿਆ। ਕਹਿਣ ਦਾ ਭਾਵ ਵੀ ਅਜੇ ਤੱਕ ਸਾਡੇ ਇਤਿਹਾਸਕਾਰ ਸਿੰਧੂ ਘਾਟੀ ਸੱਭਿਅਤਾ ਦੀ ਲਿਪੀ ਨੂੰ ਪੜ੍ਹਨ 'ਚ ਕਾਮਯਾਬ ਨਹੀਂ ਹੋਏ। ਫਿਰ ਇਹਦਾ ਮਤਲਬ ਕੀ ਹੈ ਵੀ ਭਾਸ਼ਾ ਮਿਲੀ ਤਾਂ ਹੈ ਆ ਪਰ ਪੜ੍ਹੀ ਨਹੀਂ ਜਾ ਸਕੀ। ਇਸ ਕਰਕੇ ਆਪਾਂ ਪ੍ਰੋਟੋ ਹਿਸਟੋਰਿਕ ਪੀਰੀਅਡ ਦੇ ਵਿੱਚ ਸਿੰਧੂ ਘਾਟੀ ਸੱਭਿਅਤਾ ਨੂੰ ਰੱਖਦੇ ਹਾਂ। ਅੱਜ ਆਪਾਂ ਸਿੰਧੂ ਘਾਟੀ ਸੱਭਿਅਤਾ ਪੜ੍ਹਨ ਜਾ ਰਹੇ ਹਾਂ। ਤੇ ਜਦੋਂ ਆਪਾਂ ਸਿੰਧੂ ਘਾਟੀ ਸੱਭਿਅਤਾ ਪੜ੍ਹਦੇ ਆ ਨਾ, ਤੁਸੀਂ ਟੇਬਲ ਦੇਖ ਹੀ ਲਿਆ ਹੋਣਾ ਵਾ, ਦੇਖੋ ਵੀ ਐਵੇਂ ਹੁੰਦਾ ਵਾ ਵੀ ਕਈ ਬੱਚੇ ਨਾ ਬੜਾ ਵਰਕ ਹਾਰਡ ਕਰਦੇ ਆ ਸੱਚੀ। ਮਤਲਬ ਮੈਂ ਜਦੋਂ ਪੜ੍ਹਦੀ ਸੀ, ਅੱਜ ਵੀ ਮੈਂ ਪੜ੍ਹਦੀ ਆ, ਠੀਕ ਆ। ਤੇ ਕਹਿ ਲਓ ਵੀ ਖੁਦ ਵੀ ਨਹੀਂ ਸੀ ਪਤਾ ਹੁੰਦਾ ਇਹਨਾਂ ਚੀਜ਼ਾਂ ਦਾ, ਹਨਾ ਵੀ ਜਿਵੇਂ ਜਿਵੇਂ ਆਪਣੀ ਉਮਰ ਵੱਧਦੀ ਆ ਆਪਣੇ ਕੋਲ ਐਕਸਪੀਰੀਅੰਸ, ਨਵਾਂ ਤੋਂ ਨਵਾਂ ਐਕਸਪੀਰੀਅੰਸ ਆਉਂਦਾ ਵਾ। ਪਰ ਮੈਂ ਆਪਣਾ ਇੱਕ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੂੰਗੀ ਵੀ ਜੋ ਮੈਂ ਰਿਅਲਾਈਜ਼ ਕੀਤਾ, ਹਨਾ ਵੀ ਆਪਾਂ ਹਾਰਡ ਵਰਕ ਤਾਂ ਕਰਦੇ ਰਹਿੰਦੇ ਹਾਂ ਪਰ ਮੈਨੂੰ ਲੱਗਦਾ ਵੀ ਜਿਵੇਂ ਦਾ ਸਮਾਂ ਹੈ ਨਾ, ਆਪਾਂ ਨੂੰ ਨਾਲ ਦੀ ਨਾਲ ਸਮਾਰਟ ਵਰਕ ਵੀ ਕਰਨਾ ਚਾਹੀਦਾ ਆ, ਠੀਕ ਆ। ਸਮਾਰਟ ਵਰਕ ਆਪਾਂ ਕਿੱਦਾਂ ਕਰਨਾ ਹੈ, ਜੇ ਆਪਾਂ ਹੁਣ ਗੱਲ ਕਰੀਏ ਵੀ ਆਪਾਂ ਸਿੰਧੂ ਘਾਟੀ ਸੱਭਿਅਤਾ ਪੜ੍ਹਨ ਜਾ ਰਹੇ ਹਾਂ ਤੇ ਬੱਚੇ ਕੀ ਕਰਦੇ ਆ, ਮੰਨ ਕੇ ਚਲੋ ਵੀ ਜੇ ਆਪਾਂ ਸਿੰਧੂ ਘਾਟੀ ਸੱਭਿਅਤਾ ਦੇ ਨੋਟਸ ਵੀ ਬਣਾਉਣੇ ਹੋਣ ਤੇ ਆਪਣੇ 7 ਤੋਂ 8 ਪੇਜਸ ਆਰਾਮ ਨਾਲ ਬਣ ਜਾਣਗੇ ਜੇ ਆਪਾਂ ਨੋਟਸ ਬਣਾਉਣੇ ਹੋਣ। ਤੇ ਜੇ ਆਪਾਂ ਇੱਕ ਸਮਾਰਟ ਵਰਕ ਦੇ ਨਾਲ ਨੋਟਸ ਬਣਾਉਣੇ ਹੋਣ, ਜਾਂ ਕਹਿ ਲਓ ਵੀ ਸਮਾਰਟ ਵਰਕ ਦੇ ਨਾਲ ਆਪਾਂ ਪੜ੍ਹਨਾ ਹੋਵੇ ਸਿੰਧੂ ਘਾਟੀ ਸੱਭਿਅਤਾ ਜਾਂ ਹਿਸਟਰੀ ਦੀ ਕਿਸੇ ਵੀ ਚੀਜ਼ ਨੂੰ, ਹਨਾ। ਤੇ ਜੇ ਆਪਾਂ ਸਿੰਧੂ ਘਾਟੀ ਸੱਭਿਅਤਾ ਦੀ ਗੱਲ ਕਰੀਏ ਤੇ ਆਪਣੀ ਇਹ 4 ਟੇਬਲ ਦੇ ਵਿੱਚ ਆਪਣੀ ਸਿੰਧੂ ਘਾਟੀ ਸੱਭਿਅਤਾ ਕੰਪਲੀਟ ਹੋ ਜਾਣੀ ਆ। ਤੁਸੀਂ ਦੇਖੋ ਵੀ ਕਿੰਨਾ ਸੌਖਾ ਤਰੀਕਾ ਵਾ, ਠੀਕ ਆ। ਵੀ ਆਪਾਂ ਨੂੰ ਕੁਛ ਜ਼ਿਆਦਾ ਨੋਟਸ ਨਹੀਂ ਬਣਾਉਣੇ ਪੈਣੇ, ਟੇਬਲ ਬਣਾ ਕੇ ਆਪਾਂ ਪੜ੍ਹ ਲੈਣਾ ਵਾ। ਤੇ ਸਭ ਤੋਂ ਬੈਸਟ ਗੱਲ ਇਹਦੀ ਕੀ ਆ ਵੀ ਟੇਬਲ ਬਣਾਇਆ ਹੋਇਆ ਤੁਹਾਨੂੰ ਬਹੁਤ ਹੀ ਯਾਦ ਰਹੂਗਾ, ਤੁਹਾਨੂੰ ਬਾਰ-ਬਾਰ ਰੱਟਾ ਲਾਉਣ ਦੀ ਜਿਹੜੀ ਆ ਲੋੜ ਨਹੀਂ ਪਊਗੀ। ਕਿਉਂਕਿ ਮੈਂ ਇੱਕ ਸ਼ਾਰਟ ਵੀਡੀਓ ਪਾਈ ਸੀ, ਉਹਦੇ ਵਿੱਚ ਮੈਂ ਦੱਸਿਆ ਸੀਗਾ ਵੀ ਜਦੋਂ ਅਸੀਂ ਟੇਬਲ ਬਣਾ ਕੇ ਕਿਸੇ ਚੀਜ਼ ਨੂੰ ਪੜ੍ਹਦੇ ਆ ਨਾ, ਤੇ ਉਹ ਜਦੋਂ ਉਹ ਟੇਬਲ ਜਿਹੜਾ ਵਾ ਸਾਡੇ ਦਿਮਾਗ ਦੇ ਵਿੱਚ ਉਹਦੀ ਇਮੈਜੀਨੇਸ਼ਨ ਬਣ ਜਾਂਦੀ ਆ ਵੀ ਹਾਂ ਆਹ ਵਾਲੇ ਬਾਕਸ ਦੇ ਵਿੱਚ ਆਹ ਹੀ, ਇਹ ਵਾਲੇ ਬਾਕਸ ਦੇ ਵਿੱਚ ਆਹ ਹੀ, ਆਹ ਰੋਪੜ ਇੱਥੇ ਕਿ ਆਉਂਦਾ ਸੀ, ਰਾਖੀ ਗੜ੍ਹੀ ਇੱਥੇ ਕਿ ਆਉਂਦਾ ਸੀ, ਠੀਕ ਆ। ਕਹਿ ਲਓ ਵੀ ਇੱਕ ਇਮੈਜੀਨੇਸ਼ਨ ਜੀ ਉੱਕਰ ਆਉਂਦੀ ਹੈ ਸਾਡੇ ਦਿਮਾਗ ਦੇ ਵਿੱਚ। ਸੋ ਮੈਨੂੰ ਲੱਗਿਆ ਵੀ ਜਿੱਦਾਂ ਮੈਂ ਪੜ੍ਹਿਆ ਖੁਦ, ਹਨਾ, ਤੇ ਮੈਂ ਵੀ ਉਦਾਂ ਹੀ ਸਟੂਡੈਂਟ ਨੂੰ ਪੜ੍ਹਾਵਾਂ। ਸੋ ਆਪਾਂ 4 ਟੇਬਲ ਦੇ ਵਿੱਚ ਸਿੰਧੂ ਘਾਟੀ ਸੱਭਿਅਤਾ ਜਿਹੜੀ ਆਪਾਂ ਨਿਬੇੜ ਦੇਣੀ ਆ। ਤੇ ਜੇ ਤੁਹਾਨੂੰ ਵਾਕਿਆ ਹੀ ਮੇਰਾ ਇਹ ਪੜ੍ਹਾਉਣ ਦਾ ਵੇ ਵਧੀਆ ਲੱਗਦਾ ਆ, ਠੀਕ ਆ, ਤੁਸੀਂ ਇੰਟਰਸਟਿਡ ਹੋ ਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਹੈ, ਠੀਕ ਆ। ਬਾਕੀ ਤੁਹਾਡੀ ਚੋਇਸ ਆ, ਠੀਕ ਆ। ਵੀ ਹਰ ਇੱਕ ਦਾ ਆਪਣਾ ਆਪਣਾ ਮੈਥਡ ਹੁੰਦਾ ਨਾ, ਪੜ੍ਹਨ ਦਾ ਹੋ ਗਿਆ ਜਾਂ ਪੜ੍ਹਾਉਣ ਦਾ ਹੋ ਗਿਆ। ਤੇ ਅੱਜ ਆਪਾਂ ਸਿੰਧੂ ਘਾਟੀ ਸੱਭਿਅਤਾ ਪੜ੍ਹਨ ਜਾ ਰਹੇ ਹਾਂ। ਇਹ ਓਵਰਆਲ ਸਾਈਟ ਨਹੀਂ ਆ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਵੀ ਇਹਦੀ ਖੋਜ ਕਿੱਦਾਂ ਹੋਈ, ਕਿੱਦਾਂ, ਠੀਕ ਆ। ਜਿਵੇਂ ਇੱਕ ਮੈਂ ਟੇਬਲ ਬਣਾਇਆ ਹੋਇਆ, ਇੱਥੇ ਆਪਾਂ ਖੋਜ ਲਿਖੀ ਹੋਈ ਹੈ ਵੀ ਖੋਜ ਪਹਿਲੀ ਆ, ਦੂਜੀ ਆ ਜਾਂ ਕਿਹੜੀ ਆ। ਇੱਥੇ ਆਪਾਂ ਟਾਈਮ ਪੀਰੀਅਡ ਲਿਖ ਲਿਆ ਵਾ, ਇੱਥੇ ਆਪਾਂ ਖੋਜ ਕਰਤਾ ਲਿਖ ਲਿਆ, ਤੇ ਇੱਥੇ ਆਪਾਂ ਡਿਪਾਰਟਮੈਂਟ ਦੀ ਗੱਲ ਕਰਾਂਗੇ ਜਿਹੜਾ ਸਿੰਧੂ ਘਾਟੀ ਦੀ ਸੱਭਿਅਤਾ ਦੇ ਡਿਪਾਰਟਮੈਂਟ ਬਾਰੇ ਕੰਮ ਕਰਦਾ ਸੀਗਾ। ਉਸ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਪਹਿਲੀ ਖੋਜ। ਸਿੰਧੂ ਘਾਟੀ ਸੱਭਿਅਤਾ ਦੀ ਜਿਹੜੀ ਪਹਿਲੀ ਖੋਜ ਸੀ ਨਾ 1826 ਵਿੱਚ ਹੋਈ ਸੀ। 1826 ਵਿੱਚ ਹੋਈ ਸੀ, ਚਾਰਲਸ ਮੈਸਨ ਨੇ ਕੀਤੀ ਸੀ, ਠੀਕ ਹੈ।
ਇਹਨੇ ਨਾ ਇੱਕ ਰਿਪੋर्ट पेश की। इस बंदे ने जो खोज की ना, इनू ना बर्तन मिले, ठीक है, बर्तन मिले, इनू इट्टां मिलियां, ठीक है। इन्हें रिपोर्ट पेश की, इन्हें रिपोर्ट दे विच कहा भी हैगा जो इत्थे खोज, ठीक है, पर इस बंदे दी किसी ने मन्नी नहीं भी इहदी रिपोर्ट नू खारिज कर दिता गया भी कह लो भी मेरे अरगा बेचारा किसी ने ध्यान नहीं दिता है ना भी 1826 दे विच इहने पहली खोज की जिहड़ी कि मन्नी नहीं गई, पर आपां लिखांगे जरूर क्योंकि अपने पेपर विच पुछया जा सकदा वा, ठीक है। 1826 विच इहने कीती सी ਜਿਹਦੇ ਵਿੱਚ ਇਹਨੇ ਬਰਤਨ ਤੇ ਇੱਟਾਂ ਦੀ ਖੋਜ ਕੀਤੀ ਵੀ ਕਹਿ ਲਓ ਵੀ ਬਰਤਨ ਤੇ ਇੱਟਾਂ ਇਹਨੂੰ ਮਿਲੇ ਸੀ ਇੰਡਸ ਵੈਲੀ ਸਿਵਲਾਈਜੇਸ਼ਨ ਦੇ, ਪਰ ਇਹਦੀ ਰਿਪੋਰਟ ਤੇ ਕਿਸੇ ਨੇ ਗੌਰ ਨਹੀਂ ਸੀ ਕੀਤਾ, ਠੀਕ ਹੈ। ਉਸ ਤੋਂ ਬਾਅਦ ਆਪਣੀ ਆਉਂਦੀ ਹੈ ਦੂਜੀ, ਠੀਕ ਹੈ, ਬਿਲਕੁਲ ਰਿਲਾਇਬਲ ਸੀ, ਬਿਲਕੁਲ ਆਥੈਂਟਿਕ ਸੀ। ਕਿਵੇਂ ਆਥੈਂਟਿਕ ਸੀ ਦੇਖੋ, ਦੂਜੀ ਖੋਜ ਹੁੰਦੀ ਆ 1853 ਦੇ ਵਿੱਚ ਜਾ ਕੇ ਅਲੈਗਜ਼ੈਂਡਰ ਕਨਿੰਗਮ ਨੂੰ, ਠੀਕ ਹੈ। 1861 ਦੇ ਵਿੱਚ ਜਾ ਕੇ ਇਹਨੇ ਨਾ मैं तुहानूं दसूंगी 1861 भी डेट जिहड़ी अपने लिए बहुत इंपॉर्टेंट आ ईयर, ठीक है। इन्हें ना 1853 ਦੇ ਵਿੱਚ ਇਹਨੇ खोज की ते ना तो इनू बर्तन मिले ते ना तो ना इनू इट्टां मिलियां, इनू एक बहुत तकड़ी चीज़ मिल गई सी जिहड़ी कि वाकई मननी भी पैनी सी। इनू मोहरां मिलियां सी, इनू सिंधु घाटी दियां मोहरां मिल गईयां सी। इस करके इस बंदे ने की कीता, इन्हें एक डिपार्टमेंट बनाता, ASI डिपार्टमेंट नूं कहा जाता वा आर्कियोलॉजिकल सर्वे ऑफ इंडिया। ये वाले डिपार्टमेंट की फुल फॉर्म की हैगी आ ASI आर्कियोलॉजिकल सर्वे ऑफ इंडिया। इसे करके अलेगजेंडर कनिंगम नूं, ठीक है, सिंधु घाटी सभ्यता का फादर जां ASI का फादर भी मन्निया जाता वा, ठीक है। यह चीज़ तुसीं ध्यान दे विच रखियो, ठीक है। बस 3 गल्लां वा मेन इहदे विच ते तीजी गल अपनी हैगी आ, इत्थे कोई भी दूजी तीजी नहीं आ, ए सिर्फ आपां हैड बारे गल करनी है तीजे नंबर ते, ठीक है। 1902 विच जिहड़ा जॉन मार्शल सी ना, इहनूं ASI दा हैड बनाया गया सी। बस तीजे नंबर वाली गल यही याद रखनी आ भी 1902 दे विच जिहड़ा जॉन मार्शल सीगा ओनू ASI यानी कि आर्कियोलॉजिकल सर्वे ऑफ इंडिया दा हैड बनाया गया। सो ये अपना बेस सिंधु घाटी सभ्यता का, ठीक है। जे आपां बेस ही नहीं पता तो आपां जिन्ना मर्जी काली बंगा, रोपड़, राखीगढ़ी, ठीक है, लोथल जिन्ना मर्जी पढ़ी जाओ, जे सानू बेस ही नहीं पता तो साडे पढ़न का कोई फायदा नहीं हैगा, ठीक है। इस करके मैं तुहानू बेसिक करवा रही हाँ, याद रखना सिर्फ 3 गल्लां इहदे विच। सब तो पहली खोज जिहड़ी 1826 विच चार्लस मैसन ने कीती सी, ये याद रख लिओ, सुन के लिख लिओ नाल, जे तुसीं नाल मेरे बनाउंदे हो नोट्स नाल याद रखियो भी इनू बर्तन मिले सी, इट्टां मिलियां सी, ने एक रिपोर्ट पेश की सी पर किसी ने गौर नहीं किया बेचारे दा, है ना। उस तो बाद आ जांदा वा 1853 विच अलेगजेंडर कनिंगम, ठीक है, ते इनू खुदाई के दौरान मोहरां मिल गईयां सी जिस करके बिल्कुल ऑथेंटिक मन्निया गया इहदी खोज नू, ठीक है। फिर इन्हें 1861 दे विच ASI डिपार्टमेंट बनाया जिन्हों आर्कियोलॉजिकल सर्वे ऑफ इंडिया के नाम नाल जानिया जांदा वा, ठीक है। उस तो बाद 1902 विच जॉन मार्शल जिहड़ा वा ASI दा हैड बनाया गया। सो वैरी सिंपल 3 गल्लां वा ते आपां ने वेखो टेबल दिमाग 'च ही उकर गया ते आ नाल दी नाल चीज़ां आपां नूं की हो गईयां, याद हो गईयां, कोई रट्टा लाउण दी लोड़ नहीं है, ठीक है ना। उस तो बाद आपां करांगे अलग-अलग साइट्स दी गल। देखो इस तरीके दे नाल टेबल कितना सोहना लग रहा वा ते इदां आपां नूं मतलब कि जिहड़ा ओवरऑल डाटा हुंदा वा सिंधु घाटी सभ्यता दा, है ना, ते ओह आपां सारा ही इस तरीके दे नाल लिया होया वा, ठीक है। देखो इत्थे आपां इंपॉर्टेंट साइट दी गल करांगे, जिवें पहला कॉलम मैं बनाया वा स्टेट देश, ठीक है, शहर जिन्हों आपां मतलब कई थां ते शहर भी कह दिंदे इन्हां नूं, मोहनजोदड़ो हो गया, चनहौदड़ो हो गया, कई थावां ते साइट लिखिया हुंदा, इस करके मैं साइट शब्द भी नाल लिया। उस तो बाद खोज भी किहड़े टाइम पीरियड दे विच खोज होई, उस तो बाद आपां खोज करता लिया भी किन्ना किन्ना ने इहदी खोज कीती ते उस तो बाद आपां नदी दी गल करांगे भी इह जिहड़ियां साइट सी किहड़ी नदी दे किनारे सी। मोस्ट इंपॉर्टेंट पॉइंट आ भी एक गल ये भी आ भी ये सारियां साइट्स नदी के किनारे ही क्यों वसियां, जां कह लो भी सिंधु घाटी सभ्यता का जिहड़ा जिन्ना भी विकास होया वा वो नदियां के किनारे क्यों होया, क्योंकि सिंधु घाटी सभ्यता के लोग पशु भी पालते सी, फिर वो खेती भी करते सी, मतलब कि जिवें अज भी सानू अपना जीवन निर्वाह करने सानू पानी की जरूरत आ, ठीक है। तो उन्होंने भी अपन लोड़ां नूं ध्यान विच रखदे होए उन्होंने मतलब कि लोड़ां नूं ध्यान विच रखदियां उन्होंने अपना विकास जां कह लो भी उन्होंने अपना जीवन निर्वाह कित्थों शुरू कीता सी, नदियां दे किनारे आके वो वस गए सीगे, ठीक है। ਇਹਦੇ ਵਿੱਚ ਆਪਾਂ सब तो पहला गल करांगे हड़प्पा शहर की।
ਜਿਹੜਾ ਹੜੱਪਾ ਵਾ ਨਾ ਇਹ ਹੈਗਾ ਵਾ ਪਾਕਿਸਤਾਨ ਦੇ ਵਿੱਚ, ਠੀਕ ਆ। ਇਹਦੀ ਖੋਜ ਹੋਈ 1921 ਈਸਵੀ ਦੇ ਵਿੱਚ ਤੇ ਦਇਆ ਰਾਮ ਸਾਹਨੀ ਜਿਹੜਾ ਵਾ ਇਹਨੇ ਖੋਜ ਕੀਤੀ ਹੜੱਪਾ ਦੀ, ਤੇ ਹੜੱਪਾ ਕਿੱਥੇ ਹੈਗਾ ਆ? ਪਾਕਿਸਤਾਨ ਦੇ ਵਿੱਚ, ਠੀਕ ਆ। ਇਹ ਕਿਹੜੀ ਨਦੀ ਦੇ ਕਿਨਾਰੇ ਆ? ਰਾਵੀ ਨਦੀ ਦੇ ਕਿਨਾਰੇ, ਠੀਕ ਆ। ਦੂਜਾ ਪੁਆਇੰਟ ਆਪਣਾ ਹੈਗਾ ਪਾਕਿਸਤਾਨ ਮੋਹਨਜੋਦੜੋ, ਠੀਕ ਆ। ਜਿਹੜਾ ਮੋਹਨਜੋਦੜੋ ਆ ਇਹ ਵੀ ਸਾਈਟ ਜਿਹੜੀ ਆ ਪਾਕਿਸਤਾਨ ਦੇ ਵਿੱਚ, ਇਹਦੀ ਖੋਜ ਹੋਈ 1922। ਇਹ ਤਾਂ ਸੀਰੀਅਲ ਵਾਈਜ਼ ਹੀ ਯਾਦ ਰੱਖ ਲਓ, 1921 1922 ਆਹ ਦੋ ਤੇ ਆਪਾਂ ਨੂੰ ਉਦਾਂ ਹੀ ਹੋ ਗਈਆਂ ਯਾਦ, ਠੀਕ ਆ। ਵੀ 1922 ਵਿੱਚ ਇਹਦੀ ਖੋਜ ਹੋਈ ਕਿਹਦੀ? ਮੋਹਨਜੋਦੜੋ ਦੀ। ਕਈਆਂ ਦੇ ਹੱਥ ਮੋਹਨਜੋਦੜੋ ਇਹਨੂੰ ਬੜੇ ਤਰੀਕੇ ਦੇ ਨਾਲ ਲਿਖਿਆ ਹੁੰਦਾ ਵਾ, ਤੁਸੀਂ ਕਨਫਿਊਜ਼ ਨਹੀਂ ਹੋਣਾ ਇਹਦੇ ਵਿੱਚ, ਠੀਕ ਆ। ਤੇ ਇਹਦੀ ਖੋਜ ਕੀਤੀ ਸੀ ਰਖਲਦਾਸ ਬੈਨਰਜੀ ਨੇ, ਠੀਕ ਹੈ। ਰਖਲਦਾਸ ਬੈਨਰਜੀ ਨੇ ਇਹਦੀ ਖੋਜ ਕੀਤੀ ਸੀ। ਇਹ ਹੈਗਾ ਸੀ ਸਿੰਧ ਨਦੀ ਦੇ ਕਿਨਾਰੇ, ਵੈਰੀ ਸਿੰਪਲ ਆ। ਉਸ ਤੋਂ ਬਾਅਦ ਚੁਨਹੋਦੜੋ, ਠੀਕ ਹੈ। ਮੰਨ ਕੇ ਚਲੋ ਵੀ ਹੜੱਪਾ, ਮੋਹਨਜੋਦੜੋ ਤੇ ਚੁਨਹੋਦੜੋ ਇਹ ਤਿੰਨੇ ਸ਼ਹਿਰ ਤੁਸੀਂ ਮੰਨ ਕੇ ਚਲੋ ਵੀ ਇਹ ਕਿੱਥੇ ਹੈਗੇ ਆ। ਮੰਨ ਕੇ ਕਿਉਂ ਚੱਲਣਾ ਵਾ, ਸੌਰੀ, ਵੀ ਇਹ ਹੈਗੇ ਤਿੰਨੇ ਕਿੱਥੇ ਆ? ਪਾਕਿਸਤਾਨ ਚ ਨਾ। ਤੁਸੀਂ ਤਿੰਨੇ ਨੂੰ ਇਕੱਠਾ ਯਾਦ ਰੱਖ ਲਿਓ, ਮੋਹਨਜੋਦੜੋ, ਚੁਨਹੋਦੜੋ ਤੇ ਹੜੱਪਾ, ਠੀਕ ਹੈ। ਹਾਹੇ ਤੋਂ, ਮੰਮੇ ਤੋਂ ਤੇ ਚਿੱਚੇ ਤੋਂ ਤੁਸੀਂ ਕੋਈ ਸ਼ਬਦ ਬਣਾ ਲਿਓ ਤੇ ਉਸ ਤਰੀਕੇ ਨਾਲ ਤੁਸੀਂ ਯਾਦ ਰੱਖ ਸਕਦੇ ਆ, ਠੀਕ ਹੈ। ਉਸ ਤੋਂ ਬਾਅਦ ਜਿਹੜਾ ਚੁਨਹੋਦੜੋ ਆ ਇਹਦੀ 3 ਸਾਲਾਂ ਤੱਕ ਇਹਦੀ ਖੋਜ ਹੁੰਦੀ ਰਹੀ, ਇਸ ਕਰਕੇ ਤਿੰਨੋਂ ਹੀ ਟਾਈਮ ਪੀਰੀਅਡ ਆ ਮੈਂ ਲਿਖੇ ਹੋਏ ਆ 1931 35 ਤੇ 36। 1931 35 ਤੇ 36 ਇਹਨਾਂ ਤਿੰਨੋਂ ਟਾਈਮ ਪੀਰੀਅਡ ਦੇ ਵਿੱਚ ਚੁਨਹੋਦੜੋ ਸਾਈਟ ਦੀ ਖੋਜ ਜਿਹੜੀ ਆ ਉਹ ਹੋਈ ਸੀ। ਚੁਨਹੋਦੜੋ ਵੀ ਕਿੱਥੇ ਆ? ਪਾਕਿਸਤਾਨ ਦੇ ਵਿੱਚ, ਠੀਕ ਹੈ। ਇਹਦੀ ਖੋਜ ਕਿਹਨੇ ਕੀਤੀ ਸੀ? NC ਮਜੂਮਦਾਰ, ਦੋ ਬੰਦਿਆਂ ਨੇ ਕੀਤੀ ਸੀ। NC ਮਜੂਮਦਾਰ, ਮੈਂ ਕਹੇ ਆਪਾਂ ਦੋਵੇਂ ਬੰਦੇ ਲਿਖਣੇ ਆ ਕਿਉਂਕਿ ਕੋਈ ਪਤਾ ਨਹੀਂ ਵੀ ਉਹਨਾਂ ਨੇ ਕਿਹੜਾ ਪੁੱਛ ਲੈਣਾ, ਠੀਕ ਹੈ। NC ਮਜੂਮਦਾਰ ਤੇ ਮੈਂ ਕਹੇ, ਇਹ ਵੀ ਸਿੰਧ ਨਦੀ ਦੇ ਕਿਨਾਰੇ ਆ, ਠੀਕ ਹੈ। ਇਹ ਵੀ ਸਿੰਧ ਨਦੀ ਦੇ ਕਿਨਾਰੇ ਆ, ਠੀਕ ਆ। ਉਸ ਤੋਂ ਬਾਅਦ ਆ ਜਾਂਦਾ ਵਾ ਸਾਡਾ ਲੋਥਲ। ਲੋਥਲ ਕਿਹੜੀ ਸਟੇਟ ਦੇ ਵਿੱਚ ਹੈਗਾ ਵਾ? ਗੁਜਰਾਤ ਦੇ ਵਿੱਚ ਆ ਲੋਥਲ, ਠੀਕ ਹੈ। ਇਹਦੀ ਖੋਜ ਹੋਈ ਸੀ 1954 ਈਸਵੀ ਦੇ ਵਿੱਚ। ਕੀਤੀ ਕਿਨੇ ਸੀ? SR ਰਾਓ ਨੇ। ਤੇ ਇਹ ਹੈਗਾ ਵਾ ਭੋਗਵਾ ਨਦੀ ਦੇ, ਤੇ ਇਹਨੂੰ ਤੁਸੀਂ IMP ਲਿਖ ਲਓ। IMP ਲਿਖ ਲਓ, ਕਿਉਂ? ਕਿਉਂਕਿ ਇਹ ਕੁਐਸਚਨ ਜਿਹੜਾ ਵਾ ਆਇਆ ਹੋਇਆ ਵਾ ਵੀ ਲੋਥਲ ਸਾਈਟ ਜਿਹੜੀ ਕਿ ਗੁਜਰਾਤ ਵਿੱਚ ਆ, ਜਿਹਦੀ ਖੋਜ 1954 ਵਿੱਚ ਹੋਈ, SR ਰਾਓ ਨੇ ਕੀਤੀ। ਇਹ ਕਿਹੜੀ ਨਦੀ ਕਿਨਾਰੇ ਆ? ਸਾਰਾ ਕੁਝ ਪਹਿਲਾਂ ਉਹਨਾਂ ਨੇ ਆਪ ਦੱਸਤਾ ਤੇ ਕੱਲੀ ਨਦੀ ਪੁੱਛੀ ਸੀ ਵੀ ਇਹ ਕਿਹੜੀ ਨਦੀ ਦੇ ਕਿਨਾਰੇ ਆ, ਤੇ ਇਹ ਹੈਗਾ ਰਾਜੇ ਭੋਗਵਾ ਨਦੀ ਦੇ ਕੰਢੇ ਤੇ। ਉਸ ਤੋਂ ਬਾਅਦ ਸਾਡਾ ਆਉਂਦਾ ਕਾਲੀਬੰਗਾ। ਕਾਲੀਬੰਗਾ ਰਾਜਸਥਾਨ ਦਾ ਸ਼ਹਿਰ ਆ। ਵੀ ਐਵੇਂ ਸੁਣਿਆ ਵਾ ਤੇ ਪੜਿਆ ਵੀ ਆ ਹਨਾ, ਵੀ ਕਈਆਂ ਥਾਵਾਂ ਤੇ ਲਿਖਿਆ ਵੀ ਆ ਵੀ ਉੱਥੇ ਕਾਲੀਆਂ ਵੰਗਾਂ, ਜਿਹੜੀਆਂ ਕਾਲੀਆਂ ਵੰਗਾਂ ਬੈਂਗਲਸ, ਤੇ ਉੱਥੇ ਕਾਲੀਆਂ ਵੰਗਸ ਬੈਂਗਲਸ ਦੀ ਮਾਰਕੀਟ ਬਹੁਤ ਵੱਡੀ ਸੀ ਉਸ ਟਾਈਮ ਵੀ, ਅੱਜ ਦਾ ਨਹੀਂ ਪਤਾ ਵੀ ਹੈਗੀ ਜਾਂ ਨਹੀਂ। ਤੇ ਇਸ ਕਰਕੇ ਸ਼ਹਿਰ ਦਾ ਨਾਂ ਕਾਲੀਬੰਗਾ ਹੀ ਪੈ ਗਿਆ ਸੀ। ਇਹ ਰਾਜਸਥਾਨ ਦਾ ਸ਼ਹਿਰ ਆ ਤੇ ਇਹਦੀ ਇਸ ਸਾਈਟ ਦੀ ਖੋਜ ਹੋਈ ਸੀ 1961 ਦੇ ਵਿੱਚ। ਇਹਦੀ ਖੋਜ 3 ਬੰਦਿਆਂ ਨੇ ਕੀਤੀ ਸੀ, ਠੀਕ ਆ। ਇੱਕ ਇਹ ਵੀ ਚੀਜ਼ ਨਾ ਪੁਆਇੰਟ ਉਹ ਵਾਲਾ ਇੰਪੋਰਟੈਂਟ ਬਣ ਜਾਂਦਾ ਵਾ ਜਿਹੜਾ ਵੱਖਰਾ ਜਿਹਾ ਹੋਵੇ। ਹੁਣ ਵੇਖੋ, ਜਦੋਂ ਅਸੀਂ ਚਨਹੋਦੜੋ ਦੀ ਗੱਲ ਕਰਦੇ ਆ, 2 ਬੰਦਿਆਂ ਨੇ ਖੋਜ ਕੀਤੀ ਆ। ਜਦੋਂ ਅਸੀਂ ਕਾਲੀਬੰਗਾ ਦੀ ਗੱਲ ਕਰਦੇ ਆ ਤੇ ਇਹਦੀ 3 ਬੰਦਿਆਂ ਨੇ ਖੋਜ ਕੀਤੀ ਆ। ਕਿਹੜੇ? ਅਮਰਾਨੰਦ ਕੋਸ਼ ਆ, ਠੀਕ ਆ। BG ਲਾੜ ਤੇ BK ਥਾਪਰ। BB ਤੋਂ ਯਾਦ ਰੱਖ ਲਿਓ, BG ਲਾੜ ਤੇ BK ਥਾਪਰ। 1961 ਵਿੱਚ ਇਹਨਾਂ ਨੇ ਕਾਲੀਬੰਗਾ ਦੀ ਸਾਈਟ ਦੀ ਖੋਜ ਕੀਤੀ। ਉਸ ਤੋਂ ਬਾਅਦ ਆ ਜਾਂਦਾ ਵਾ, ਹਾਂ, ਇਹ ਹੈਗਾ ਕਿਹੜੀ ਨਦੀ ਤੇ ਆ? ਇਹ ਹੈਗਾ ਵਾ ਘੱਗਰ ਨਦੀ ਦੇ ਕੰਢੇ, ਠੀਕ ਆ। ਉਸ ਤੋਂ ਬਾਅਦ ਸਾਡੀ ਅਗਲੀ ਸਾਈਡ ਆਉਂਦੀ ਆ ਬਨਵਾਲੀ। ਬਣਾਵਾਲੀ ਵੀ ਲਿਖਿਆ ਹੁੰਦਾ ਵਾ, ਨੰਨੇ ਦੇ ਨਾਲ ਕੰਨਾ ਵੀ ਕਈ ਥਾਂ ਤੇ ਲੱਗਾ ਹੋਇਆ, ਸੋ ਕਨਫਿਊਜ਼ ਨਹੀਂ ਹੋਣਾ। ਤੇ ਬਨਵਾਲੀ ਇਹ ਹੈਗਾ ਵਾ ਸਾਡਾ ਹਰਿਆਣੇ ਦੇ ਵਿੱਚ। ਇਹਦੀ ਖੋਜ ਹੋਈ ਸੀ 1973 ਈਸਵੀ ਦੇ ਵਿੱਚ। RS ਬਿਸਟ, ਠੀਕ ਆ। RS ਬਿਸਟ ਨੇ ਇਹਦੀ ਖੋਜ ਕੀਤੀ ਸੀ ਤੇ ਇਹ ਹੈਗਾ ਰਾਜੇ, ਇਹ ਵੀ ਘੱਗਰ ਨਦੀ ਦੇ ਕੰਢੇ ਤੇ ਆ, ਠੀਕ ਆ। ਉਸ ਤੋਂ ਬਾਅਦ ਆਉਂਦਾ ਵਾ ਗੁਜਰਾਤ। ਗੁਜਰਾਤ ਦੀ ਹੈਗੀ ਆ ਧੌਲਾਵੀਰਾ। ਧੌਲਾਵੀਰਾ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ, ਠੀਕ ਹੈ। ਇਹ ਸਾਈਟ ਬਹੁਤ ਹੀ ਜ਼ਿਆਦਾ ਇੰਪੋਰਟੈਂਟ। ਵੈਸੇ ਤੇ ਆਪਾਂ ਇੱਥੇ ਜਿੰਨੀਆਂ ਵੀ ਲਿਖੀਆਂ ਹੋਈਆਂ ਸਾਰੀਆਂ ਇੰਪੋਰਟੈਂਟ ਆ, ਕੋਈ ਛੱਡਣ ਵਾਲੀ ਨਹੀਂ ਹੈਗੀ। ਪਰ ਜੇ ਮੰਨ ਕੇ ਮੈਂ ਚੱਲਾਂ ਵੀ 101% ਸਭ ਤੋਂ ਸਾਈਟ ਇੰਪੋਰਟੈਂਟ ਕਿਹੜੀ ਹੈ? ਧੌਲਾਵੀਰਾ ਹੈ, ਠੀਕ ਆ। ਇਹਦੀ ਵੀ ਖੋਜ 3 ਸਾਲਾਂ ਦੇ ਵਿੱਚ ਹੋਈ ਸੀ, 1967 1968 ਤੇ 1985। ਇਹਨਾਂ 3 ਸਾਲਾਂ ਦੇ ਵਿੱਚ ਇਹਦੀ ਖੋਜ ਹੁੰਦੀ ਰਹੀ ਧੌਲਾਵੀਰਾ ਦੀ। ਇਹਦੀ ਵੀ ਖੋਜ 2 ਬੰਦਿਆਂ ਨੇ ਕੀਤੀ ਸੀ,
RS ਬਿਸਟ ਇੱਥੇ ਵੀ ਆ। RS ਬਿਸਟ ਨੇ ਬਨਾਵਾਲੀ ਦੀ ਵੀ ਕੀਤੀ ਸੀ ਤੇ ਫਿਰ ਇਹਨੇ ਇਹਦੀ ਵੀ ਹੈਲਪ ਕਰਤੀ ਸੀ GP ਜੋਸ਼ੀ ਦੀ ਵੀ, ਠੀਕ ਹੈ। ਫਿਰ ਇਹਨਾਂ ਨੇ ਕੋਲੈਬੋਰੇਟ ਹੀ ਕੀਤੀ ਸੀ JP ਜੋਸ਼ੀ ਤੇ RS ਬਿਸਟ ਨੇ ਕੀ ਕੀਤਾ ਸੀ, ਧੌਲਾਵੀਰਾ ਦੀ ਖੋਜ ਕੀਤੀ ਸੀ। ਇਹ ਹੈਗਾ ਵਾ ਲੂਨੀ ਨਦੀ ਦੇ ਕਿਨਾਰੇ, ਠੀਕ ਹੈ। ਹੁਣ ਵੇਖੋ ਵੀ ਇਸ ਟੇਬਲ ਦੇ ਵਿੱਚ ਕੁਝ ਚੀਜ਼ਾਂ ਤੁਸੀਂ ਨਾ ਮਤਲਬ ਕਹਿ ਲਓ ਵੀ ਬੜੇ ਵਧੀਆ ਤਰੀਕੇ ਦੇ ਨਾਲ ਕਰ ਸਕਦੇ। ਜੇ ਤੁਸੀਂ ਹੜੱਪਾ, ਮੋਹਨਜੋਦੜੋ, ਚਨਹੋਦੜੋ ਇਹਨਾਂ ਤਿੰਨਾਂ ਦੇ ਨਾਮ ਯਾਦ ਰੱਖਣੇ ਆ ਤੇ ਇਹ ਤਿੰਨੇ ਕਿੱਥੇ ਆ, ਪਾਕਿਸਤਾਨ ਦੇ ਵਿੱਚ ਆ, ਠੀਕ ਆ। ਇਹਨਾਂ ਦੀ ਆ ਦੇਖੋ, ਜੇ ਆਪਾਂ ਹੜੱਪਾ ਦੀ ਤੇ ਮੋਹਨਜੋਦੜੋ ਦੀ ਗੱਲ ਕਰੀਏ 1921 ਸੀਰੀਅਲ ਵਾਈਜ਼ ਯਾਦ ਰੱਖ ਲੈਣਾ, ਠੀਕ ਆ। ਦਇਆਰਾਮ ਸਾਹਨੀ, ਰਖਲਦਾਸ ਬੈਨਰਜੀ, ਮੈਨੂੰ ਤਾਂ ਬੋਲਣ ਚ ਇੱਕੋ ਜਿਹੇ ਲੱਗਦੇ ਆ ਇਹ ਨਾਂ, ਜਾਂ ਕਹਿ ਲਓ ਵੀ ਜਿਆਦਾ ਯਾਰ ਪੜ੍ਹ ਲਏ ਤਾਂ ਸੌਖੇ ਲੱਗਣ ਲੱਗ ਗਏ, ਠੀਕ ਆ। ਉਸ ਤੋਂ ਬਾਅਦ ਹੁਣ ਜੇ ਆਪਾਂ ਨਦੀਆਂ ਦੀ ਗੱਲ ਕਰੀਏ, ਡਿਫਰੈਂਟ ਨਦੀ ਘੱਗਰ ਆ, ਭੋਗਵਾ ਨਦੀ ਆ, ਭੋਗਵਾ ਨਦੀ ਤੇ ਲੂਨੀ ਨਦੀ, ਠੀਕ ਆ। ਬਸ ਤੁਸੀਂ ਲੋਥਲ ਦਾ ਤੇ ਯਾਦ ਰੱਖੋ, ਤੁਸੀਂ ਇਹਦਾ ਧੌਲਾਵੀਰਾ ਦਾ, ਲੋਥਲ ਦਾ ਤੇ ਧੌਲਾਵੀਰਾ ਦਾ ਯਾਦ ਰੱਖ ਲਿਓ ਅਲੱਗ ਤੋਂ, ਠੀਕ ਆ। ਤੇ ਮਤਲਬ ਇਹਨਾਂ ਨੂੰ ਆਪੋਜ਼ਿਟ ਕਰ ਦਿਓ, ਲੱਲੇ ਤੋਂ ਲੋਥਲ ਤੇ ਲੱਲੇ ਤੋਂ ਲੂਨੀ ਨਦੀ, ਤੇ ਇਹਨੂੰ ਆਪੋਜ਼ਿਟ ਕਰ ਦੇਣਾ ਵਾ। ਜਿਹੜੀ ਲੂਨੀ ਨਦੀ ਉਹ ਧੌਲਾਵੀਰਾ ਦੀ ਆ ਤੇ ਜਿਹੜੀ ਲੋਥਲ ਆ ਉਹ ਭੋਗਵਾ ਦੀ ਆ। ਕਲੀਅਰ, ਠੀਕ ਆ। ਮੰਨ ਕੇ ਚਲੋ ਵੀ ਆਹ ਜਿਹੜੀ ਭੋਗਵਾ ਨਦੀ ਹੈ ਤੇ ਲੂਨੀ ਨਦੀ, ਇਹਨਾਂ ਦੇ ਪੇਅਰ ਨਹੀਂ ਬਣ ਰਹੇ, ਪਰ ਬਾਕੀ ਨਦੀਆਂ ਦੇ ਵੇਖੋ, ਜਾਂ ਰਾਵੀ ਨਦੀ ਦਾ ਪੇਅਰ ਨਹੀਂ ਬਣ ਰਿਹਾ, ਠੀਕ ਹੈ। ਬਾਕੀ ਨਦੀਆਂ ਦੇ ਪੇਅਰ ਬਣ ਰਹੇ ਆ। ਦੇਖੋ ਸਿੰਧ ਨਦੀ, ਇਹਨਾਂ ਦੇ ਇਹ ਜਿਹੜੀ ਨਦੀ ਆ, ਠੀਕ ਹੈ, ਇਹਦੇ ਕਿਨਾਰੇ ਦੋ ਸ਼ਹਿਰ ਵਸੇ ਆ, ਚਨਹੋਦੜੋ ਤੇ ਮੋਹਨਜੋਦੜੋ। ਹੜਾੜਾ ਡਾੜਾ ਲੱਗਾ ਪਿੱਛੇ, ਜਾਂ ਇਧਰੋਂ ਯਾਦ ਰੱਖ ਲਿਓ ਜਾਂ ਇਧਰੋਂ ਯਾਦ ਰੱਖਿਓ, ਦੋਵਾਂ ਦੀ ਸਿੰਧ ਨਦੀ ਆ ਤੇ ਅਡਾੜਾ ਡਾੜਾ ਪਿੱਛੇ ਲੱਗਾ, ਯਾਦ ਰੱਖ ਲਿਓ। ਸੌਖਾ ਤਰੀਕਾ ਹੈ, ਠੀਕ ਹੈ। ਮੈਂ ਜਿਵੇਂ ਖੁਦ ਪੜ੍ਹਦੀ ਰਹੀ ਆ, ਮੈਂ ਉਵੇਂ ਹੀ ਤੁਹਾਨੂੰ ਪੜ੍ਹਾ ਰਹੀ ਆ, ਠੀਕ ਹੈ। ਸਮਾਰਟ ਵਰਕ ਵੀ ਜ਼ਰੂਰੀ ਹੁੰਦਾ ਵਾ, ਠੀਕ ਹੈ। ਬਾਕੀ ਮੈਨੂੰ ਨਹੀਂ ਪਤਾ ਵੀ ਤੁਸੀਂ ਇਹਨੂੰ ਸਮਾਰਟ ਵਰਕ ਮੰਨਦੇ ਹੋ ਜਾਂ ਨਹੀਂ, ਬਟ ਮੈਨੂੰ ਏਦਾਂ ਯਾਦ ਰਹਿੰਦਾ, ਜਿਹੜੀ ਚੀਜ਼ ਆਪਾਂ ਨੂੰ ਜਿਹੜੇ ਤਰੀਕੇ ਦੇ ਨਾਲ ਯਾਦ ਰਹਿੰਦੀ ਆ, ਸੋ ਮੈਂ ਤਾਂ ਉਹਨੂੰ ਸਮਾਰਟ ਵਰਕ ਹੀ ਮੰਨਦੀ ਆ, ਠੀਕ ਆ, ਠੀਕ ਆ। ਇਹਦੇ ਵੀ ਬਣ ਗਏ ਆਪਣੇ ਪੇਅਰ। ਉਸ ਤੋਂ ਬਾਅਦ ਆਪਣੇ ਘੱਗਰ ਨਦੀ ਦੇ ਵੀ ਬਣ ਗਏ ਪੇਅਰ, ਠੀਕ ਆ, ਠੀਕ ਆ। ਰਾਜਸਥਾਨ ਤੇ ਹਰਿਆਣਾ ਦੋਵੇਂ ਕਹਿ ਲਓ ਵੀ ਨਾਲੋਂ ਨਾਲ ਸਟੇਟ ਆ ਦੋਨੇ, ਠੀਕ ਆ। ਤੇ ਇਹਦਾ ਕਾਲੀਬੰਗਾ ਤੇ ਬਨਾਵਾਲੀ, ਠੀਕ ਆ, ਇਹ ਦੋਵੇਂ ਇੱਕੋ ਨਦੀ ਦੇ ਕਿਨਾਰੇ ਵਸੇ ਸੀਗੇ, ਘੱਗਰ ਨਦੀ। ਤੇ ਇਹਦਾ ਤੁਸੀਂ ਇਸ ਤਰੀਕੇ ਦੇ ਨਾਲ ਤੁਸੀਂ ਟੇਬਲ ਨੂੰ ਯਾਦ ਰੱਖ ਲੈਣਾ ਵਾ। ਸੋ ਇਹ ਬਹੁਤ ਹੀ ਸੌਖਾ ਤਰੀਕਾ ਵਾ ਵੀ ਸਾਰੀਆਂ ਚੀਜ਼ਾਂ ਆਪਾਂ ਇੱਕੇ ਵਾਰ ਚ ਹੀ ਪੜ੍ਹ ਲੈਂਦੇ ਆ, ਠੀਕ ਆ। ਇਸੇ ਤਰ੍ਹਾਂ ਟੇਬਲ ਆਪਣੀ ਕਾਪੀ ਤੇ ਬਣਾ ਲਿਓ ਤੇ ਐਸੇ ਤਰੀਕੇ ਦੇ ਨਾਲ, ਇਹ ਨਹੀਂ ਵੀ ਟੇਬਲ ਨੂੰ ਇੱਕ ਵਾਰੀ ਬਣਾ ਲਿਆ ਤੇ ਬਾਅਦ ਚ ਪੜ੍ਹਨਾ ਨਹੀਂ ਆ, ਉਸ ਟੇਬਲ ਨੂੰ ਬਾਰੀ-ਬਾਰੀ ਲਰਨ ਕਰਿਓ, ਠੀਕ ਆ। ਮੰਨ ਕੇ ਚਲੋ ਜੇ ਮੈਂ ਟੇਬਲ ਦੇ ਆਪੋਜ਼ਿਟ ਗੱਲ ਕਰਾਂ ਤੁਹਾਡੇ ਨਾਲ, ਵੀ ਤੁਸੀਂ ਸਭ ਤੋਂ ਪਹਿਲਾਂ ਪਤਾ ਕਿਵੇਂ ਬੱਚੇ ਲਿਖਦੇ, ਮੈਂ ਤੁਹਾਨੂੰ ਇੱਕ ਚੀਜ਼ ਦੱਸਦੀ ਵੀ ਮੈਂ ਇਹੋ ਹੀ ਤਰੀਕਾ ਕਿਉਂ ਅਪਣਾਇਆ। ਮੰਨ ਕੇ ਚਲੋ ਮੈਂ ਇੱਥੇ ਹੜੱਪਾ ਹੈਡਿੰਗ ਪਾਇਆ, ਉਹਦੀ ਖੋਜ ਲਿਖੀ, ਪੈਰਾ ਬਣਾ ਕੇ ਹੜੱਪਾ ਦੀ ਖੋਜ ਏਦਾਂ ਹੋਈ, ਇਹਦਾ ਖੋਜ ਕਰਤਾ ਦਇਆਰਾਮ ਸਾਹਨੀ ਸੀ, ਇਹ ਰਾਵੀ ਨਦੀ ਦੇ ਕਿਨਾਰੇ ਵਸਿਆ, ਠੀਕ ਆ। 4-5 ਲੈਣਾ ਹੜੱਪਾ ਦੀਆਂ ਹੋ ਗਈਆਂ। ਉਸ ਤੋਂ ਬਾਅਦ ਆ ਕੇ ਮੋਹਨਜੋਦੜੋ, ਇਹ ਪਾਕਿਸਤਾਨ ਦੇ ਵਿੱਚ ਆ, ਇਹ 1922 ਵਿੱਚ ਇਹਦੀ ਖੋਜ ਹੋਈ, ਰਖਲਦਾਸ ਬੈਨਰਜੀ ਸੀ, ਠੀਕ ਆ। ਆਪਾਂ ਪੈਰੇ ਬਣਾ ਕੇ ਲਿਖੇ ਹੁੰਦੇ ਆ ਤੇ ਬਾਰ-ਬਾਰ ਪੜ੍ਹਦਿਆਂ ਵੀ ਕਹਿ ਲਓ ਵੀ ਆਪਾਂ ਹੋ ਜਾਂਦੇ ਆ ਕਨਫਿਊਜ਼। ਉਹਦੇ ਆਪੋਜ਼ਿਟ ਜੇ ਮੰਨ ਕੇ ਚੱਲੋ ਵੀ ਆਪਾਂ ਟੇਬਲ ਬਣਾਇਆ ਵਾ, ਠੀਕ ਆ। ਮੈਂ ਸਵੇਰੇ ਉੱਠੀ, ਮੈਂ ਇੱਕ ਵਾਰੀ ਟੇਬਲ ਵੇਖਿਆ, ਉਸ ਤੋਂ ਬਾਅਦ ਆਫਟਰਨੂਨ ਚ ਮੈਂ ਫੇਰ ਦੇਖਿਆ, ਹਨਾ, ਟੇਬਲ ਦੇਖਿਆ, ਸ਼ਾਮ ਨੂੰ ਫੇਰ ਦੇਖਿਆ। ਵੀ ਟੇਬਲ ਦੇਖਣ ਦਾ ਮਤਲਬ ਕੀ ਹੈਗਾ, ਇੱਕ ਤੇ ਜੇ ਤੇ ਆਪਾਂ ਪ੍ਰੋਪਰ ਲਾਈਨ ਵਾਈਜ਼ ਲਿਖਿਆ ਵਾ, ਹਨਾ, ਉਹਨੂੰ ਆਪਾਂ ਬਾਰ-ਬਾਰ ਪੜ੍ਹਦੇ ਆ, ਤੇ ਜੇ ਆਪਾਂ ਟੇਬਲ ਬਣਾਇਆ ਵਾ ਤੇ ਆਪਾਂ ਸਾਰੀਆਂ ਚੀਜ਼ਾਂ ਨੂੰ ਇੱਕੇ ਵਾਰ ਚ, ਇੱਕੇ ਨਜ਼ਰ ਚ ਟੇਬਲ ਦੇ ਵਿੱਚ ਆਪਣੀਆਂ ਅੱਖਾਂ ਸਾਹਮਣੇ ਹਰ ਇੱਕ ਚੀਜ਼ ਆ ਜਾਂਦੀ ਵੀ ਕਿਹੜੀ ਚੀਜ਼ ਕਿੱਥੇ ਆ। ਸੋ ਇਹ ਚੀਜ਼ ਬਹੁਤ ਹੀ ਜ਼ਿਆਦਾ ਤੁਹਾਡੇ ਲਈ ਬੈਨੀਫੀਸ਼ੀਅਲ ਆ। ਇਸੇ ਤਰੀਕੇ ਦੇ ਨਾਲ ਚਾਹੇ ਕੋਈ ਵੀ ਸਬਜੈਕਟ ਤੁਸੀਂ ਪੜ੍ਹਦੇ ਹੋ ਨਾ, ਉਹਨੂੰ ਇਸ ਤਰੀਕੇ ਦੇ ਨਾਲ ਪੜ੍ਹੋ। ਤੇ ਮੈਂ ਦੱਸ ਦੇਣਾ ਚਾਹੁੰਦੀ ਆ ਵੀ ਇਸ ਚੈਨਲ ਤੇ ਹਿਸਟਰੀ ਐਸੇ ਤਰੀਕੇ ਦੇ ਨਾਲ ਪੜ੍ਹਾਈ ਜਾਊਗੀ, ਠੀਕ ਆ। ਤੇ ਜੇ ਤੁਹਾਨੂੰ ਵਾਕਈ ਲੱਗਦਾ ਆ ਕਿ ਇੰਟਰਸਟਿੰਗ ਆ, ਇਹ ਵਾਲਾ ਤਰੀਕਾ ਜਿਹੜਾ ਵਾ ਵਧੀਆ ਲੱਗਦਾ ਆ, ਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਤੇ ਲਾਈਕ ਕਰੋ, ਤਾਂ ਕਿ ਵੱਧ ਤੋਂ ਵੱਧ ਬੱਚਿਆਂ ਦੀ ਹੈਲਪ ਹੋ ਸਕੇ ਤੇ ਉਹਨਾਂ ਨੂੰ ਇਹ ਤਰੀਕਾ ਜਿਹੜਾ ਵਾ ਇਹ ਤਰੀਕਾ ਉਹਨਾਂ ਤੱਕ ਪਹੁੰਚ ਸਕੇ, ਠੀਕ ਆ। ਤੇ ਮੈਨੂੰ ਹੋਪ ਆ ਤੁਹਾਨੂੰ ਇਹ ਕਲਾਸ ਬਹੁਤ ਵਧੀਆ ਲੱਗੀ ਹੋਊਗੀ। ਤੇ ਇਸ ਤੋਂ ਬਾਅਦ ਆਪਾਂ ਸਿੰਧੂ ਘਾਟੀ ਸੱਭਿਅਤਾ ਦੇ ਦੋ ਟੇਬਲ ਹੋਰ ਕਰਾਂਗੇ, ਜਿਹਦੇ ਵਿੱਚ ਆਪਾਂ ਗੱਲ ਕਰਾਂਗੇ ਵੀ ਲੋਥਲ ਤੋਂ, ਕਾਲੀਬੰਗਾ ਤੋਂ ਕਿੱਥੋਂ ਕੀ ਮਿਲਿਆ, ਇੱਕੋ ਟੇਬਲ ਦੇ ਵਿੱਚ ਕਰ ਲੈਣਾ। ਦੇਖੋ ਔਰ ਜਿਹੜੀ ਨੈਕਸਟ ਕਲਾਸ ਉਹ ਤੇ ਤੁਹਾਡੇ ਲਈ ਬਹੁਤ ਇੰਪੋਰਟੈਂਟ ਹੋਊਗੀ, ਕਿਉਂਕਿ ਲੋਥਲ, ਕਾਲੀਬੰਗਾ ਕਿਹੜੀ ਸਾਈਡ ਵੱਡੀ ਆ, ਕਿਹੜੀ ਛੋਟੀ ਆ, ਉਹ ਸਾਰਾ ਆਪਾਂ ਇੱਕੇ ਵਾਰ ਚ ਹੀ ਕਰ ਲੈਣਾ ਵਾ, ਇੱਕੋ ਟੇਬਲ ਦੇ ਵਿੱਚ ਹੀ। ਸੋ ਇੱਕ ਆਪਣੀ ਸਾਈਡ ਇੱਥੇ ਰਹਿ ਗਈ ਆ
ਉਹ ਤੁਸੀਂ ਏਦਾਂ ਹੀ ਮੇਰੇ ਤੋਂ ਸੁਣ ਕੇ ਨੋਟ ਕਰ ਲਿਓ। ਰਾਖੀਗੜ੍ਹੀ, ਰਾਖੀਗੜ੍ਹੀ ਇਹਦੀ ਖੋਜ ਹੋਈ ਸੀ 1969 ਦੇ ਵਿੱਚ। ਉਹ ਕੀਤੀ ਸੀ ਸੂਰਜਭਾਨ ਨੇ, ਸੂਰਜਭਾਨ ਨੇ। ਠੀਕ ਹੈ, ਇਹ ਇੰਪੋਰਟੈਂਟ ਕਿਉਂ ਹੈਗੀ ਆ? ਠੀਕ ਆ, ਜੇ ਪੁੱਛਿਆ ਜਾਵੇ ਮਤਲਬ ਪਹਿਲਾਂ, ਜੇ ਆਪਾਂ ਦੇਸ਼ ਦੀ ਵੰਡ ਤੋਂ ਪਹਿਲਾਂ ਦੀ ਗੱਲ ਕਰੀਏ ਤੇ ਸਭ ਤੋਂ ਵੱਡੀ ਸਾਈਟ ਕਿਹੜੀ ਸੀਗੀ? ਮੋਹਨਜੋਦੜੋ। ਠੀਕ ਆ, ਮੋਹਨਜੋਦੜੋ ਜਿਹੜੀ ਸਭ ਤੋਂ ਵੱਡੀ ਸਾਈਟ ਸੀਗੀ। ਪਰ ਜਦੋਂ 1947 ਦੇ ਵਿੱਚ ਜਿਹੜਾ ਠੀਕ ਆ ਭਾਰਤ ਨੂੰ ਇੱਕ ਅਲੱਗ ਆਜ਼ਾਦ ਦੇਸ਼ ਬਣਾ ਦਿੱਤਾ ਗਿਆ ਤੇ ਪਾਕਿਸਤਾਨ ਇਹਦੇ ਵਿੱਚੋਂ ਇੱਕ ਹੋਰ ਆਜ਼ਾਦ ਦੇਸ਼ ਇਹਨਾਂ ਨੇ ਕੱਢ ਦਿੱਤਾ। ਠੀਕ ਆ, ਮਤਲਬ ਕਿ ਜਦੋਂ ਵੰਡ ਹੋਈ ਤੇ ਮੋਹਨਜੋਦੜੋ ਤੇ ਫਿਰ ਪਾਕਿਸਤਾਨ ਦੀ ਸਾਈਟ ਹੋ ਗਈ ਨਾ ਵੱਡੀ। ਆਪਾਂ ਥੋੜੀ ਕਹਿ ਸਕਦੇ ਕਿ ਸਾਡੀ ਭਾਰਤ ਦੀ, ਕਿਉਂਕਿ ਇਹ ਤਾਂ ਮੋਹਨਜੋਦੜੋ ਦੀ ਸਾਈਟ ਹੋ ਗਈ ਨਾ, ਇਹਦੀ ਪਾਕਿਸਤਾਨ ਦੀ ਸਾਈਟ ਹੋ ਗਈ ਨਾ ਸਭ ਤੋਂ ਵੱਡੀ। ਤੇ ਜੇ ਪੁੱਛਿਆ ਜਾਵੇ ਓਵਲ ਆਰਕੀ ਸਿੰਧੂ ਘਾਟੀ ਸਭਿਅਤਾ ਦੀ ਸਭ ਤੋਂ ਵੱਡੀ ਸਾਈਟ ਕਿਹੜੀ ਆ, ਤਾਂ ਤੁਸੀਂ ਮੋਹਨਜੋਦੜੋ ਟਿਕ ਕਰੋਗੇ। ਤੇ ਪਰ ਜੇ ਪੁੱਛਿਆ ਜਾਵੇ ਵੀ ਭਾਰਤ ਦੀ ਸਭ ਤੋਂ ਵੱਡੀ ਸਾਈਟ ਕਿਹੜੀ ਆ, ਤੇ ਫਿਰ ਮੋਹਨਜੋਦੜੋ ਨਾ ਟਿਕ ਕਰਿਓ, ਗਲਤ ਕਰ ਦੋਗੇ। ਠੀਕ ਆ, ਫਿਰ ਤੁਸੀਂ ਟਿਕ ਕਰਨਾ ਵਾ ਰਾਖੀਗੜ੍ਹੀ, ਕਿਉਂਕਿ ਰਾਖੀਗੜ੍ਹੀ ਭਾਰਤ ਦੀ ਸਭ ਤੋਂ ਵੱਡੀ ਸਾਈਟ ਆ। ਇਹਦੀ ਖੋਜ 1969 ਦੇ ਵਿੱਚ ਹੋਈ ਤੇ ਕੀਤੀ ਕਿਹਨੇ? ਸੂਰਜਭਾਨ ਨੇ। ਤੇ ਆਪਾਂ ਹੁਣ ਮਿਲਦੇ ਆਂ ਅਗਲੀ ਕਲਾਸ ਦੇ ਵਿੱਚ ਅਗਲੇ ਟੇਬਲ ਦੇ ਨਾਲ। ਸਤਿ ਸ਼੍ਰੀ ਅਕਾਲ।